ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਕੈਲੀਫੋਰਨੀਆ, ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ US ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 29 ਤਰੀਕ ਆ, ਦਿਨ ਸ਼ੁੱਕਰਵਾਰ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਦੇ ਨਾਲ ਟਰੱਕ ਅਤੇ ਟ੍ਰੇਲਰਸ ਦੇ ਲੋਨਸ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਮੋਹਨ ਸਿੰਘ ਚੀਮਾ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਕਰੇਨ ਦਾ ਜਿਹੜਾ ਮੈਰੀਉਪੋਲ ਸ਼ਹਿਰ ਆ, ਉੱਥੇ ਬਹੁਤ ਹੀ ਕੰਡੀਸ਼ਨ ਬੈਡ ਆ। ਸਭ ਕੁਝ ਤਹਿ-ਨਸਹਿ ਹੋ ਚੁੱਕਾ ਆ ਤੇ ਇੱਕ ਸਟੀਲ ਦੀ ਬਹੁਤ ਵੱਡੀ ਫੈਕਟਰੀ ਆ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਨਾਲ ਯੂਕਰੇਨੀਅਨਸ ਉਹ ਫਸੇ ਹੋਏ ਹੈਗੇ ਆ। ਮੈਰੀਪੋਲ ਦੇ ਮੇਅਰ ਨੇ UNO ਨੂੰ, ਜਿਹੜੇ UN ਦੇ ਵਰਕਰਸ ਆ, ਉਹਨਾਂ ਨੂੰ ਗੁਹਾਰ ਲਾਈ ਆ ਵੀ ਸਾਡੀ ਜਿਹੜੀ ਹੈਲਪ ਕਰੋ। ਵੀ ਸਾਡੇ ਕੋਲ ਹੁਣ ਦਿਨ ਨਹੀਂ ਹੈਗੇ, ਕੁਛ ਘੰਟਿਆਂ ਦਾ ਹੀ ਸਮਾਂ ਹੈਗਾ ਆ। ਮੇਅਰ ਬੈਡਿਮ ਬਾਇਓਚੈਂਕੋ, ਇਹ ਉਹਨਾਂ ਨੇ UN ਨੂੰ ਅਪੀਲ ਕੀਤੀ ਹੈਗੀ ਆ। ਸਵੇਰੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਅਮਰੀਕਨ ਮਰੀਨ, ਪਹਿਲਾ ਜਿਹੜਾ ਇੱਕ ਮਰੀਨ ਹੋਇਆ ਅਮਰੀਕਨ ਯੂਕਰੇਨ ਦੇ ਵਿੱਚ, ਜਿਸ ਦੀ ਡੈਥ ਹੋਈ ਆ, ਜਿਹੜਾ ਕਿ ਫਾਈਟ ਕਰ ਰਿਹਾ ਸੀਗਾ। ਤੇ ਯੂਕਰੇਨ ਹੁਣ ਕ੍ਰੈਕਡਾਊਨ ਕਰ ਰਿਹਾ। ਬਹੁਤ ਸਾਰੇ ਲੋਕ ਜਿਹੜੇ ਰਸ਼ੀਆ ਦੀ ਵੀ ਹੈਲਪ ਕਰ ਰਹੇ ਆ ਯੂਕਰੇਨ ਦੇ ਵਿੱਚ। 400 ਤੋਂ ਵੱਧ ਉਹਨਾਂ ਨੇ ਡਿਟੇਨ ਕੀਤੇ ਹੈਗੇ ਆ। ਜੀ ਬਿਲਕੁਲ। ਸੋ ਸਥਿਤੀ ਉੱਥੇ ਕਾਫੀ ਜ਼ਿਆਦਾ ਮਾੜੀ ਬਣੀ ਪਈ ਆ। ਜਿਹੜਾ ਯੂਕਰੇਨ ਦਾ ਰਾਸ਼ਟਰਪਤੀ ਆ, ਉਹ ਇਹ ਕਹਿ ਰਿਹਾ ਆ ਵੀ ਫਾਈਟ ਫਾਰ ਲਾਈਫ। ਯੂਕਰੇਨ ਜਿਹੜਾ ਉਹ ਇਸ ਟਾਈਮ ਡੋਨਬਾਸ ਇਲਾਕੇ ਦੇ ਵਿੱਚ ਕਰ ਰਿਹਾ ਹੈਗਾ। ਜ਼ਿੰਦਗੀ ਦੀ ਲੜਾਈ ਜਿਹੜੀ ਉਹ ਇਸ ਟਾਈਮ ਲੜ ਰਿਹਾ। ਸੋ UN ਵਾਲੇ ਜਦੋਂ ਮਿਲ ਕੇ ਗਏ ਸੀਗੇ ਜ਼ੈਲੈਂਸਕੀ ਨੂੰ, ਉਸ ਤੋਂ ਬਾਅਦ ਦੇ ਵਿੱਚ ਰੂਸ ਨੇ ਜਿਹੜੀ ਮਿਜ਼ਾਈਲ ਦੇ ਨਾਲ ਕੀਵ ਰਾਜਧਾਨੀ ਦੇ ਉੱਤੇ ਹਮਲਾ ਕੀਤਾ ਸੀ, ਜਿਸ ਵਿੱਚ ਇੱਕ ਜਣੇ ਦੀ ਮੌਤ ਹੋ ਚੁੱਕੀ ਆ। ਸੋ ਇਸ ਮਾਮਲੇ ਦੇ ਵਿੱਚ ਹੁਣ ਸਾਡੇ ਇੱਥੇ ਰਾਸ਼ਟਰਪਤੀ ਨੇ $33 ਬਿਲੀਅਨ ਦੀ ਹੋਰ ਮੰਗ ਕੀਤੀ ਆ ਇਹਨਾਂ ਨੂੰ ਜਿਹੜੇ ਹਥਿਆਰ ਵਗੈਰਾ ਦੇਣ ਦੇ ਲਈ। ਲੱਗ ਤਾਂ ਇਹੀ ਰਿਹਾ ਆ ਵੀ ਕਾਫੀ ਹਥਿਆਰ ਜਿਹੜੇ ਹੁਣ ਯੂਕਰੇਨ ਦੇ ਵਿੱਚ ਪਹੁੰਚ ਸਕਦੇ ਆ। ਕੀ ਇਸ ਦਾ ਅਸਰ ਯੁੱਧ ਦੇ ਉੱਤੇ ਪਊਗਾ? ਕੀ ਯੂਕਰੇਨ ਦਾ ਪਲੜਾ ਭਾਰੀ ਹੋ ਸਕੂਗਾ? ਇਹ ਜਿਹੜਾ ਦੇਖਣ ਵਾਲੀ ਗੱਲ ਰਹੇਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੁਛ ਦਿਨ ਪਹਿਲਾਂ ਇੱਕ ਜੱਜ ਨੇ ਰਾਸ਼ਟਰਪਤੀ ਟਰੰਪ ਹੋਣਾ ਨੂੰ ਕੋਰਟ ਦੇ ਕੰਟੈਂਪਟ ਦੇ ਵਿੱਚ ਦੋਸ਼ੀ ਪਾਇਆ ਸੀ। ਵੀ ਉਹਨਾਂ ਨੂੰ ਕਿਹਾ ਸੀਗਾ ਵੀ ਦਸਤਾਵੇਜ਼ ਤੁਸੀਂ ਦਿਓ, ਨਹੀਂ ਤਾਂ $10,000 ਐਵਰੀ ਡੇ ਤੁਹਾਨੂੰ ਜੁਰਮਾਨਾ ਦੇਣਾ ਪਊਗਾ। ਇਸ ਦੇ ਉਲਟ ਨਿਊਯਾਰਕ ਦੇ ਇੱਕ ਅਦਾਲਤ ਵਿੱਚ ਟਰੰਪ ਹੁਣੀ ਗਏ ਸੀਗੇ ਵੀ ਜਿਹੜਾ ਇਹਨਾਂ ਦੇ ਉੱਤੇ ਫਾਈਨ ਲਾਇਆ ਉਸ ਨੂੰ ਹਟਾ ਦਿੱਤਾ ਜਾਵੇ। ਪਰ ਜਿਹੜੇ ਜੱਜ ਆ, ਉਹਨਾਂ ਨੇ ਟਰੰਪ ਹੁਣਾਂ ਦੀ ਇਸ ਕੋਸ਼ਿਸ਼ ਨੂੰ, ਫਾਈਨ ਨੂੰ ਹਟਾਉਣ ਦੀ ਆ, ਉਸ ਨੂੰ ਵੀ ਰਿਜੈਕਟ ਕਰ ਦਿੱਤਾ। ਜਸਟਿਸ ਆਰਥਰ ਐਂਗਰੋਨ, ਉਹਨਾਂ ਨੇ ਕਿਹਾ ਵੀ ਜਿਹੜੇ ਟਰੰਪ ਹੁਣਾਂ ਨੇ ਜਿਹੜੀ ਕੋਸ਼ਿਸ਼ ਕੀਤੀ ਸੀ ਵੀ ਫਾਈਨ ਲਿਫਟ ਕੀਤਾ ਜਾਵੇ, ਵੀ ਕਹਿੰਦੇ ਵੀ ਇਸ ਦੇ ਵਿੱਚ ਕੋਈ ਬਹੁਤੀ ਗੱਲ ਨਹੀਂ ਹੈਗੀ। ਟਰੰਪ ਹੁਣਾਂ ਨੇ ਆਪਣੇ ਐਫੀਡੇਵਿਟ ਦੇ ਵਿੱਚ ਇਹ ਗੱਲ ਕਹੀ ਸੀ ਵੀ ਮੈਨੂੰ ਪਤਾ ਨਹੀਂ ਆ, ਮੈਂ ਬੈਸਟ ਆਫ ਮੈਂ ਨੌਲੇਜ ਦੇ ਨਾਲ ਕਹਿੰਦਾ ਵੀ ਮੇਰੇ ਕੋਲ ਇੱਦਾਂ ਦਾ ਕੋਈ ਵੀ ਡਾਕੂਮੈਂਟ ਨਹੀਂ ਹੈਗਾ ਜਿਹੜਾ ਸਪੀਨਾ ਦੇ ਵਿੱਚ ਇਹਨਾਂ ਨੇ ਮੰਗ ਕੀਤੀ ਹੈਗੀ ਆ। ਸੋ ਪਰ ਫਿਰ ਵੀ ਜਿਹੜੇ ਜਸਟਿਸ ਆਰਥਰ ਐਂਗਰੋਨ ਆ, ਉਹਨਾਂ ਨੇ ਰਿਜੈਕਟ ਕਰ ਦਿੱਤਾ ਇਹਨਾਂ ਦੇ ਆਰਗੂਮੈਂਟ ਨੂੰ ਵੀ ਇਸ ਦੇ ਵਿੱਚ ਕੋਈ ਯੂਜ਼ਫੁਲ ਡਿਟੇਲ ਨਹੀਂ ਹੈਗੀ ਤੇ ਫਾਈਨ ਜਿਹੜਾ ਆ ਉਹ ਬਰਕਰਾਰ
ਰਹੇਗਾ। 4 ਕੁ ਦਿਨ ਹੋ ਗਏ ਆ, ਸੋ 40,000 ਜੁਰਮਾਨਾ ਆਲਰੇਡੀ ਇਹਨਾਂ ਦੇ ਉਲਟ ਇਕੱਠਾ ਜਿਹੜਾ ਆ ਉਹ ਹੋ ਚੁੱਕਾ ਹੈ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ ਦੇ ਵਿੱਚ। ਅਗਲੀ ਖਬਰ ਵਿੱਚ ਚਲੀਏ। ਅੱਜ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਆ ਵੀ ਜਿੰਨੇ ਵੀ ਕੈਲੀਫੋਰਨੀਆ ਦੇ ਵਿੱਚ 49 ਸਾਲ ਤੋਂ ਉੱਪਰ ਦੇ ਲੋਕ ਹੈਗੇ ਆ, ਚਾਹੇ ਉਹ ਅਨਡਾਕੂਮੈਂਟਡ ਵੀ ਆ, ਇਲੀਗਲ ਵੀ ਹੈਗੇ ਆ, ਪਰ ਜੇ ਉਹਨਾਂ ਦਾ ਇਨਕਮ ਲੈਵਲ ਘੱਟ ਆ ਤੇ ਉਹ ਕੈਲੀਫੋਰਨੀਆ ਦੀ ਫ੍ਰੀ ਮੈਡੀਕਲ ਇੰਸ਼ੋਰੈਂਸ ਉਹਦੇ ਲਈ ਅਪਲਾਈ ਕਰ ਸਕਦੇ ਆ। 40% ਦੇ ਕਰੀਬ ਇਹ ਪੋਪੂਲੇਸ਼ਨ ਬਣਦੀ ਆ। 3.2 ਮਿਲੀਅਨ ਜਿਹੜੇ ਅਨਇੰਸ਼ੋਰਡ ਰੈਜ਼ੀਡੈਂਟਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ। ਆਫੀਸ਼ੀਅਲ ਜਿਹੜੇ ਆ ਉਹ ਐਸਟੀਮੇਟ ਕਰ ਰਹੇ ਆ ਵੀ ਹੁਣ 2,35,000 ਦੇ ਕਰੀਬ ਲੋਕ ਇਸ ਪ੍ਰੋਗਰਾਮ ਦੇ ਤਹਿਤ ਐਲੀਜੀਬਲ ਹੋਣਗੇ। ਸੋ 49 ਜਾਂ 50 ਸਾਲ ਤੋਂ ਉੱਪਰ ਦੇ, ਚਾਹੇ ਤੁਸੀਂ ਅਨਡਾਕੂਮੈਂਟਡ ਵੀ ਹੈਗੇ ਆ, ਕੋਈ ਤੁਹਾਡੇ ਕੋਲ ਪੇਪਰ ਵਰਕ ਨਹੀਂ, ਤੁਸੀਂ ਕਾਉਂਟੀ ਦਾ ਜਿਹੜਾ ਆ ਫ੍ਰੀ ਮੈਡੀਕਲ ਲੈ ਸਕਦੇ ਹੈਗੇ ਆ। ਸੋ ਇਹ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈਗਾ। ਸੋ ਆਲਰੇਡੀ ਹਰਜੋਤ ਸਿੰਘ ਜੀ, ਕੀ ਇਹ ਸ਼ੁਰੂ ਹੋ ਚੁੱਕਾ ਹੈ ਜਾਂ ਅਜੇ ਸ਼ੁਰੂ ਇਹਨਾਂ ਨੇ ਕਰਨਾ, ਕੋਈ ਤਰੀਕ ਉਹ ਕਹਿੰਦੇ ਵਗੈਰਾ? ਇਸ ਸੰਡੇ ਤੋਂ ਸ਼ੁਰੂ ਹੋ ਜਾਣਾ ਆ। ਸੋ ਨੈਕਸਟ ਵੀਕ ਤੋਂ ਲਾ ਲਓ ਵੀ ਨੈਕਸਟ ਵੀਕ ਦੇ ਉਹ ਤੁਸੀਂ ਆਪਣੀ ਕਾਉਂਟੀ ਨੂੰ ਕੰਟੈਕਟ ਕਰ ਸਕਦੇ ਆ ਤੇ ਉਹ ਇਨਕਮ ਵਗੈਰਾ ਤੁਹਾਡੀ ਪੁੱਛੂਗੇ, ਬਸ ਦੈਟਸ ਇਟ। ਤੇ ਉਹ ਤੋਂ ਬਾਅਦ ਤੁਸੀਂ ਮੈਡੀਕਲ ਅਪਲਾਈ ਕਰ ਸਕਦਾ। ਇਹ ਹੋ ਸਕਦਾ ਵੀ ਉਹਦੇ ਚ 100% ਕਵਰੇਜ ਨਾ ਹੋਵੇ, ਪਰ ਬੈਟਰ ਦੈਨ ਨਥਿੰਗ। ਕੈਲੀਫੋਰਨੀਆ ਪੈਨ ਐਥਨਿਕ ਹੈਲਥ ਨੈਟਵਰਕ ਨੇ ਇਹ ਕਿਹਾ ਵੀ ਉਹ AB 2680 ਇਸ ਬਿੱਲ ਨੂੰ ਸਪਾਂਸਰ ਕੀਤਾ। ਉਹਨਾਂ ਨੇ $30 ਮਿਲੀਅਨ ਕਮਿਊਨਿਟੀ ਗਰੁੱਪਸ ਨੇ ਇਕੱਠਾ ਕਰਕੇ ਦਿੱਤਾ। ਸੋ ਇਹਦੇ ਨਾਲ ਕੀ ਆ ਵੀ ਚਾਹੇ ਹੁਣ ਬੰਦਾ ਬਿਮਾਰ ਵੀ ਹੋ ਜਾਂਦਾ ਸੀ, ਅਨਡਾਕੂਮੈਂਟਡ ਸੀ, ਅਲਟੀਮੇਟਲੀ ਤਾਂ ਹਸਪਤਾਲ ਤਾਂ ਜਾਂਦਾ ਹੀ ਆ ਨਾ, ਘਰ ਤੋਂ ਬੈਠਾ ਰਹਿੰਦਾ। ਸੋ ਉਹਨੇ ਕਿਹਾ ਵੀ ਇਹਦੇ ਨਾਲੋਂ ਬੈਟਰ ਇਹ ਆ ਵੀ ਇਹਨਾਂ ਨੂੰ ਵੀ ਜਿਹੜੀ ਆ ਫ੍ਰੀ ਮੈਡੀਕਲ ਦੇ ਦਿੱਤਾ ਜਾਵੇ। ਸੋ ਇਹਨਾਂ ਨੇ ਇਸ ਵਿੱਚ ਇਨਕਮ ਲਿਮਿਟ ਕੋਈ ਰੱਖੀ ਹੈ ਜਾਂ ਬਸ ਉਮਰ ਦਾ ਲਿਹਾਜ਼ ਹੀ ਇਸ ਦੇ ਵਿੱਚ ਹੈਗਾ? ਇਨਕਮ ਲਿਮਿਟ ਉਹੀ ਜਿਹੜੀ ਪਹਿਲਾਂ ਜਿੱਦਾਂ ਕਵਰਡ ਕੈਲੀਫੋਰਨੀਆ ਇੱਕ ਜਣੇ ਦੀ ਜੇ ਮੰਨ ਲਓ ਵੀ 18,000 ਤੋਂ ਘੱਟ ਆ, 2 ਜਣਿਆਂ ਦੀ 24,000 ਤੋਂ ਘੱਟ ਹੈਗੀ ਆ, ਤੇ ਉਹ ਕੁਆਲੀਫਾਈ ਕਰ ਸਕਦੇ ਆ। ਜੀ ਜੀ, ਚਲੋ ਆਉਣ ਵਾਲੇ ਦਿਨਾਂ ਜਦੋਂ ਇਸ ਦੇ ਉੱਤੇ ਹੋਰ ਜ਼ਿਆਦਾ ਇਨਫੋਰਮੇਸ਼ਨ ਆਊਗੀ, ਆਪਾਂ ਆਪਣੇ ਸਰੋਤਿਆਂ ਦੇ ਨਾਲ ਗਾਂ ਵੀ ਜਿਹੜੀ ਉਹ ਸਾਂਝੀ ਕਰਦੇ ਜਾਵਾਂਗੇ। ਕੈਲੀਫੋਰਨੀਆ ਦਾ ਇੱਕੋ ਇੱਕ ਪਰਮਾਣੂ ਸ਼ਕਤੀ ਦੇ ਨਾਲ ਚੱਲਣ ਵਾਲਾ ਬਿਜਲੀ ਉਤਪਾਦਕ ਪਲਾਂਟ ਜਿਹੜਾ ਆ ਉਸ ਨੂੰ ਬੰਦ ਕੀਤਾ ਜਾ ਰਿਹਾ ਹੈਗਾ ਆ। ਇਹ ਜਿਹੜਾ ਸੈਨ ਲੁਈਸ ਓਬਿਸਪੋ ਦੇ ਵਿੱਚ ਸਥਿਤ ਸੀਗਾ, ਤੇ ਹੁਣ ਕਹਿੰਦੇ ਆ ਵੀ ਇਸ ਨੂੰ ਬੰਦ ਕਰਨ ਜਾ ਰਹੇ ਹੈਗੇ ਆ। ਸੋ ਇਹ ਇੱਕ ਨਵਾਂ ਫੈਸਲਾ ਆਇਆ ਆ। ਗੈਵਿਨ ਨਿਊਸਮ ਚਾਹੁੰਦੇ ਆ ਵੀ ਇਹ ਜਿਹੜਾ ਡਿਆਬਲੋ ਕੈਨੀਅਨ ਨਿਊਕਲੀਅਰ ਪਲਾਂਟ ਆ ਉਹ ਚੱਲਦਾ ਰਹੇ। ਅਨਇਕਨੋਮਿਕ ਪਲਾਂਟ ਹੈਗਾ ਆ, ਵੀ ਇਹਦੇ ਵਿੱਚ ਓਵਰਆਲ ਜੇ ਕਹਿੰਦੇ ਵੀ ਦੇਖਿਆ ਜਾਵੇ ਤਾਂ ਵੇਸਟੇਜ ਮਨੀ ਦੀ ਹੁੰਦੀ ਆ, ਕੋਈ ਬਹੁਤਾ ਇਸ ਦੇ ਵਿੱਚ ਬੈਨੀਫਿਟ ਨਹੀਂ ਹੈਗਾ, ਪਰ ਫਿਰ ਵੀ ਨਿਊਸਮ ਹੋਣੀ ਇਸ ਨੂੰ ਚੱਲਦੇ ਰੱਖਣਾ ਚਾਹੁੰਦੇ ਆ। PG&E ਨੇ ਆਲਰੇਡੀ ਐਲਾਨ ਕਰਤਾ, ਇਹ PG&E ਇਸ ਦੀ ਦੇਖ ਰੇਖ ਨਿਗਰਾਨੀ ਜਿਹੜੀ ਉਹ ਕਰਦੀ ਸੀ ਚਲਾਉਣ ਦੀ। ਡਿਆਬਲੋ ਕੈਨੀਅਨ ਦੇ ਓਨਰ ਇਹ ਸੀਗੇ, ਤੇ ਹੁਣ ਕਹਿੰਦੇ ਵੀ ਇਸ ਨੂੰ ਉਹ ਬੰਦ ਕਰਨ ਜਾ ਰਹੇ ਆ, ਸ਼ਟਰ ਕਰਨ ਜਾ ਰਹੇ ਆ। 2025 ਤੱਕ ਸਟੇਟ ਦੀ ਕੈਲੀਫੋਰਨੀਆ ਦੇ ਲਈ 6% ਹੀ ਜਿਹੜੀ ਬਿਜਲੀ ਆ ਇਸ ਨੇ ਜਨਰੇਟ ਕਰਨੀ ਸੀਗੀ। ਬਾਏ 2025 ਇਹ ਬੰਦ ਹੋਣਾ ਹੈ, ਤੇ ਪਿਛਲੇ ਸਾਲ ਸਿਰਫ 6% ਬਿਜਲੀ ਜਿਹੜੀ ਓਵਰਆਲ ਸਾਲ ਦੀ ਇੱਥੇ ਜਨਰੇਟ ਹੋਈ ਸੀ। ਨਿਊਸਮ ਨੇ LA ਟਾਈਮਜ਼ ਦੇ ਐਡੀਟੋਰੀਅਲ ਬੋਰਡ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਆ ਵੀ ਉਹ ਫੈਡਰਲ ਫੰਡਸ ਦੇ ਵਿੱਚੋਂ $6 ਬਿਲੀਅਨ ਦੀ ਮੰਗ ਕਰ ਰਹੇ ਆ, ਤਾਂ ਜੋ ਇਹ ਜਿਹੜਾ ਨਿਊਕਲੀਅਰ ਰਿਐਕਟਰ ਆ ਜਿਸ ਨੂੰ ਬੰਦ ਕਰਨ ਦੀ ਗੱਲ PG&E ਨੇ ਆਖੀ ਆ, ਉਸ ਨੂੰ ਉਹ ਚਾਲੂ ਰੱਖਣ। 19 ਮਈ ਤੱਕ ਰਿਕੁਆਇਰਮੈਂਟ ਹੈਗੀ ਐਪਲੀਕੇਸ਼ਨ ਸਬਮਿਟ ਕਰਨ ਦੀ। ਸੋ ਕਹਿੰਦੇ ਆ ਵੀ ਹੋਪਫੁਲੀ ਅਸੀਂ ਇਸ ਵਾਰੀ ਇਸ ਦੀ ਲਾਈਫ ਆ ਉਸ ਨੂੰ ਹੋਰ ਵਧਾਵਾਂਗੇ। ਕਾਫੀ ਜਿਹੜਾ ਇਸ ਦਾ ਪੋਲੀਟੀਕਲੀ ਵੀ ਵਿਰੋਧ ਕਹਿੰਦੇ ਆ ਵੀ ਉਹ ਹੈਗਾ ਆ। ਉੱਦਾਂ ਤਾਂ ਨਿਊਕਲੀਅਰ ਪਲਾਂਟ ਅਮਰੀਕਾ ਦੇ ਵਿੱਚ ਕਲਾਈਮੇਟ ਫਰੈਂਡਲੀ ਪਾਵਰ ਦਾ ਵੱਡਾ ਸੋਰਸ ਆ। 19% ਮੁਲਕ ਦੀ ਜਿਹੜੀ ਬਿਜਲੀ ਆ ਵੱਖ-ਵੱਖ ਨਿਊਕਲੀਅਰ ਪਲਾਂਟਸ ਤੋਂ ਜਨਰੇਟ ਜਿਹੜੀ ਉਹ ਕੀਤੀ ਜਾਂਦੀ ਆ। ਕਹਿੰਦੇ ਵੀ ਇਹ ਸੇਮ ਅਮਾਊਂਟ ਆ ਜਿਹੜਾ ਸੋਲਰ ਪੈਨਲ, ਵਿੰਡ ਟਰਬਾਈਨਸ, ਹਾਈਡਰੋ ਪਾਵਰ ਡੈਮਸ ਜਾਂ ਜ਼ੀਰੋ ਕਾਰਬਨ ਐਨਰਜੀ ਸੋਰਸਿਸ ਨੂੰ ਮਿਲਾ ਕੇ ਜਿਹੜਾ ਆ ਉਹ ਬਣਦਾ ਆ। ਸੋ ਇੱਕ UC ਬਰਕਲੀ ਦੀ ਪੋਲ ਜਿਹੜੀ ਟਾਈਮਜ਼ ਨੇ ਕੋ ਸਪਾਂਸਰ ਕੀਤੀ ਸੀ, ਉਸ ਦੇ ਵਿੱਚ ਕਹਿੰਦੇ ਸੀ ਵੀ 44% ਕੈਲੀਫੋਰਨੀਆ ਵੋਟਰ ਇਸ ਹੱਕ ਦੇ ਵਿੱਚ ਨੇ ਵੀ ਨਿਊਕਲੀਅਰ ਰਿਐਕਟਰਸ ਜਿਹੜੇ ਉਹ ਬਿਲਡ ਕੀਤੇ ਜਾਣੇ ਚਾਹੀਦੇ ਆ। ਗੋਲਡਨ ਸਟੇਟ 'ਚ 37% ਨੇ ਜਿਹੜਾ ਉਹ ਵਿਰੋਧ ਕੀਤਾ ਆ, ਤੇ 19% ਅਨਡਿਸਾਈਡਡ ਜਿਹੜੇ ਉਹ ਸੀਗੇ। ਸੋ ਹੁਣ ਦੇਖੋ ਹਰਜੋਤ ਸਿੰਘ ਅੱਗੇ ਕੀ ਬਣਦਾ ਆ। ਨਿਊਸਮ ਹੁਣੀ ਇਸ ਨੂੰ ਬਚਾਉਣਾ ਚਾਹੁੰਦੇ ਆ, ਪਰ PG&E ਵਾਲੇ ਇਸ ਨੂੰ ਬੰਦ ਕਰਨਾ ਸੋ ਚਾਹੁੰਦੇ ਆ। ਨਿਊਕਲੀਅਰ એનર્ਜੀ ਜਿਹੜੀ ਹੈ ਕਲੀਨ એનર્ਜੀ ਆ। ਮੈਜੋਰਟੀ ਚ ਕੈਲੀਫੋਰਨੀਅਨ ਕਹਿੰਦੇ ਆ ਵੀ ਨਿਊਕਲੀਅਰ ਪਲਾਂਟ ਹੋਰ ਲਾਣੇ ਚਾਹੀਦੇ ਹੈਗੇ ਆ।
ਅਗਲੀ ਖਬਰ 'ਤੇ ਚੱਲੀਏ ਯੂਬਾ ਸਿਟੀ ਤੋਂ। ਰਾਜਕਰਮਵੀਰ ਸਿੰਘ ਜੀ ਕਹਿੰਦੇ ਸਮਾਂ ਇੰਨੀ ਜਲਦੀ ਚੇਂਜ ਹੁੰਦਾ, ਹਜੇ ਕੁਝ ਸਾਲ ਹੋਏ ਆ ਜਦੋਂ ਆਪਾਂ ਲਾਈਵ ਕਵਰੇਜ ਕਰਦੇ ਸੀ, ਫਿਰ ਸਾਰੇ ਯੂਬਾ ਸਿਟੀ ਵਾਲੇ ਲੋਕਾਂ ਨੂੰ ਵੀ ਭਾਈ ਭੱਜੋ ਟਾਈਮ ਸਿਰ, ਔਰੋਵਿਲ ਦਾ ਡੈਮ ਟੁੱਟ ਸਕਦਾ ਆ ਤੇ ਫਲੱਡਿੰਗ ਹੋ ਸਕਦੀ ਆ। ਤੇ ਅੱਜ ਯੂਬਾ ਸਿਟੀ ਨੇ ਇਹ ਅਨਾਉਂਸ ਕਰ ਦਿੱਤਾ ਵੀ ਮੈਂਡੇਟਰੀ 20% ਵਾਟਰ ਜਿਹੜਾ ਆ ਕੰਜ਼ਰਵ ਕਰਨਾ ਪਊਗਾ ਯੂਬਾ ਸਿਟੀ ਦੇ ਜਿਹੜੇ ਦੇਖੋ ਰੈਜ਼ੀਡੈਂਟਸ ਆ, 20% ਘਟਾਉਣਾ ਪਊਗਾ ਉਹਨਾਂ ਨੂੰ ਪਾਣੀ ਦਾ ਯੂਜ਼ ਕਰਨਾ, ਹਨਾ। ਤੇ ਮਈ 1 ਤੋਂ ਉਹ ਐਜੂਕੇਸ਼ਨ ਸਟਾਰਟ ਕਰ ਦੇਣਗੇ, ਜੂਨ 1 ਤੋਂ ਉਹ ਸਾਈਟੇਸ਼ਨਾਂ ਦੇਣੀਆਂ ਸ਼ੁਰੂ ਕਰ ਦੂਗੇ ਯੂਬਾ ਸਿਟੀ ਦੇ ਵਿੱਚ। ਸਾਈਟੇਸ਼ਨਾਂ ਕਿਹਨਾਂ ਨੂੰ ਮਿਲੂਗੀਆਂ? ਜਿਹੜੇ ਕਹਿੰਦੇ ਭਈ ਐਕਸੈਸਿਵ ਵਾਟਰਿੰਗ ਕਰਦੇ ਹੈਗੇ ਆ, ਜਿਹਦੇ ਚ ਗਟਰ ਤੁਹਾਡੇ ਫਲੋ ਕਰਨ ਲੱਗ ਪੈਂਦੇ ਆ। ਦੂਜੇ ਨੰਬਰ ਤੇ ਹੈਗਾ ਜੇ ਤੁਸੀਂ ਹੋਜ਼ ਪਾਣੀ ਦੀ ਜਿਹੜੀ ਯੂਜ਼ ਕਰ ਰਹੇ ਆ ਵਿਦਆਊਟ ਸ਼ਟ ਆਫ ਨੋਜ਼ਲ। ਤੀਜਾ ਹੈਗਾ ਆ ਵੀ ਜੇ ਕਿਤੇ ਤੁਹਾਡਾ ਲੀਕ ਹੋ ਰਿਹਾ ਕੋਈ ਪਾਣੀ ਪਾਈਪ ਦਾ ਜਾਂ ਹੋਜ਼ ਦਾ, ਤੇ ਤੁਸੀਂ ਉਹਨੂੰ ਟਾਈਮਲੀ ਮੈਨਰ ਨਾਲ ਫਿਕਸ ਨਹੀਂ ਕਰਦੇ। ਚੌਥੇ ਨੰਬਰ ਤੇ ਹੈਗਾ ਵੀ ਜੇ ਤੁਸੀਂ ਆਪਣੇ ਘਰ ਦੇ ਬਾਹਰ ਹਾਰਡ ਸਰਫੇਸਿਸ ਜਿੱਦਾਂ ਤੁਹਾਡਾ ਡਰਾਈ ਵੇ ਆ ਜਾਂ ਸਾਈਡ ਵਾਕ ਆ, ਜੇ ਪਾਣੀ ਨਾਲ ਵਾਸ਼ ਕਰੋਗੇ ਤੇ ਤੁਹਾਨੂੰ ਟਿਕਟ ਦਿੱਤੀ ਜਾਊਗੀ। ਇੱਥੇ ਰਾ ਸੋ ਉਹਨਾਂ ਨੇ ਜਿਹੜੇ ਇੰਸਪੈਕਟਰ ਆ ਉਹ ਪੂਰਾ ਵਾਚ ਕਰੂਗੇ। ਸੋ ਜਿੰਨੇ ਵੀ ਯੂਬਾ ਸਿਟੀ ਏਰੀਏ ਦੇ ਆ ਭਾਈ ਹੁਣ ਧਿਆਨ ਨਾਲ ਸੁਣ ਲਓ, ਪਾਣੀ ਸਾਰੇ ਜਿਹੜੇ ਆ ਸੇਵ ਕਰਕੇ ਰੱਖੋ। ਸਦਰਨ ਕੈਲੀਫੋਰਨੀਆ ਦੇ ਵਿੱਚ ਆਲਰੇਡੀ 6 ਮਿਲੀਅਨ ਲੋਕਾਂ ਨੂੰ ਕਿਹਾ ਵੀ 15% ਪਾਣੀ ਤੁਸੀਂ ਇਸ ਸੀਜ਼ਨ ਦੇ ਵਿੱਚ ਘੱਟ ਵਰਤਣਾ ਆ, ਉਹ ਤੁਸੀਂ ਬਚਾਉਣਾ ਆ। ਲੇਕ ਔਰੋਵਿਲ ਹੋ ਗਈ, ਉਹ 53% ਦੇ ਉੱਤੇ ਇਸ ਟਾਈਮ ਬੈਠੀ ਹੈਗੀ ਆ। ਬਹੁਤ ਸਾਰੇ ਜਿਹੜੇ ਰਿਜ਼ਰਵਾਇਰਸ ਆ, ਸ਼ਾਸਤਾ ਜਿਹੜੀ ਲੇਕ ਆ ਉਹ ਸਿਰਫ 39% ਤੇ ਆ। ਫਾਲਸਮ ਲੇਕ ਉਹ ਇਸ ਵੇਲੇ 76% ਤੇ ਆ। ਅੱਜ ਜਿਹੜੇ ਕੈਲੀਫੋਰਨੀਆ ਵਾਟਰ ਰਿਸੋਰਸਿਸ ਨੇ ਫਿਲਿਪ ਪੁਆਇੰਟ ਕਰਕੇ ਹੈਗਾ ਆ ਸਿਆਰਾ ਨਵਾਡਾਸ ਦੇ ਵਿੱਚ, ਉੱਥੇ ਚੈੱਕ ਕਰਨਾ ਸੀ ਵੀ ਬਰਫ਼ ਕਿੰਨੀ ਕੁ ਬਚੀ ਆ। ਜਿਹੜੀ ਰੀਸੈਂਟਲੀ ਸਨੋ ਪਈ ਆ ਤੇ ਪੁਰਾਣੀ ਸਨੋ ਆ, ਇੱਕ ਵੀ ਬੂੰਦ ਪਾਣੀ ਦੀ ਉੱਥੇ ਬਚੀ ਨਹੀਂ ਸੀ, ਇੱਕ ਵੀ ਬਰਫ਼ ਦਾ ਪੀਸ ਜਾਂ ਕਹਿ ਲਓ ਵੀ ਛੋਟੀ ਮੋਟੀ ਵੀ ਜਿਹੜੀ ਉੱਥੇ ਟੁਕੜੀ ਨਹੀਂ ਸੀ ਬਚੀ। ਆਲਰੇਡੀ ਉਹ ਬਰਫ਼ ਪਿਘਲ ਚੁੱਕੀ ਹੈਗੀ ਆ। ਸੋ ਪਾਣੀ ਦੀ ਕਿੱਲਤ ਬਹੁਤ ਵੱਡੇ ਪੱਧਰ ਦੇ ਉੱਤੇ ਆ ਰਹੀ ਆ। ਮੈਗਾ ਡਰਾਊਟ ਦੇ ਵਿੱਚੋਂ ਕੈਲੀਫੋਰਨੀਆ ਲੰਘ ਰਿਹਾ ਆ। ਉਤੋਂ ਲਾ ਨੀਨੀਆ ਜਿਹੜਾ ਇੱਕ ਇੰਪੈਕਟ ਹੁੰਦਾ ਆ, ਲਾ ਨੀਨੀਆ ਦੇ ਨਾਲ ਜਿਹੜਾ ਸਦਰਨ ਅਮਰੀਕਾ ਆ ਆਪਣਾ USA ਦਾ ਸਦਰਨ ਪਾਰਟ ਜਿਹੜਾ ਆ ਉੱਥੇ ਜ਼ਿਆਦਾ ਖੁਸ਼ਕ ਥਾਂ ਜਿਹੜੀ ਉਹ ਰਹਿੰਦੀ ਆ। ਸੋ ਇਸ ਦੇ ਨਾਲ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਵੈਸਟਰਨ ਸੂਬੇ ਆ, ਨਵਾਡਾ ਹੋ ਗਿਆ ਆਪਣੇ ਨਾਲ, ਐਰੀਜ਼ੋਨਾ ਦੇ ਬਹੁਤੇ ਹਿੱਸੇ, ਟੈਕਸਸ ਤੇ ਕੈਲੀਫੋਰਨੀਆ, ਇੱਥੇ ਕਾਫੀ ਜ਼ਿਆਦਾ ਖੁਸ਼ਕ ਮਾਹੌਲ ਰਹਿਣ ਵਾਲਾ ਆ। ਸੋ ਡਰਾਊਟ ਆ ਹੋਰ ਵੀ ਜ਼ਿਆਦਾ ਸਵੀਅਰ ਹੋਣ ਜਾ ਰਿਹਾ ਆ। ਪਾਣੀ ਦੀ ਵੇਸਟੇਜ ਬਿਲਕੁਲ ਵੀ ਨਾ ਕਰੋ। ਜਿੱਦਾਂ ਆਪਾਂ ਗੱਲਾਂ ਸੁਣਦੇ ਆਏ ਸੀ, ਇਹ ਬਿਲਕੁਲ ਠੀਕ ਨੇ। ਬੂੰਦ ਬੂੰਦ ਕੀਮਤੀ ਆ, ਇਸ ਨੂੰ ਜਿਹੜਾ ਉਹ ਬਚਾ ਕੇ ਰੱਖੋ। ਇਸ ਵਾਰ ਕਹਿੰਦੇ ਵੀ ਵੈਸਟ ਦੇ ਵਿੱਚ ਯੂਟਾ, ਕੋਲੋਰਾਡੋ, ਨਿਊ ਮੈਕਸੀਕੋ, ਐਰੀਜ਼ੋਨਾ, ਇੱਥੇ ਹੌਟੈਸਟ ਟੈਂਪਰੇਚਰ ਜਿਹੜੇ ਪ੍ਰੈਡਿਕਟ ਕੀਤੇ ਜਾ ਰਹੇ ਆ। ਅੱਤ ਦੀ ਗਰਮੀ ਇਹਨਾਂ ਸੂਬਿਆਂ ਦੇ ਵਿੱਚ ਇਸ ਵਾਰ ਪੈਣੀ ਆ, ਅਮੂਮਨ ਦੇ ਨਾਲੋਂ, ਨਾਰਮਲ ਦੇ ਨਾਲੋਂ ਵੀ ਜ਼ਿਆਦਾ। ਸੋ ਉਧਰ ਅਟਲਾਂਟਿਕ ਓਸ਼ਨ ਦੂਜੇ ਪਾਸੇ, ਈਸਟ ਕੋਸਟ ਵਾਲੇ ਪਾਸੇ ਦੇਖੀਏ, 1 ਜੂਨ ਤੋਂ 30 ਨਵੰਬਰ ਤੱਕ ਹਰੀਕੇਨ ਸੀਜ਼ਨ ਚੱਲੂਗਾ। ਨੋਵਾ ਵਾਲੇ ਕਹਿ ਰਹੇ ਆ ਵੀ ਇਸ ਵਾਰ 19 ਨੇਮਡ ਸਟਾਰਮ ਆਉਣਗੇ, ਜਿਨ੍ਹਾਂ ਵਿੱਚੋਂ 9 ਜਿਹੜੇ ਮੇਜਰ ਹਰੀਕੇਨ ਹੋ ਸਕਦੇ ਆ। ਸੋ ਜਿਹੜੀ ਆਲਮੀ ਤਪਸ਼, ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ ਦੇ ਕਰਕੇ ਹਰੀਕੇਨ ਸੀਜ਼ਨ ਐਕਸਟੈਂਡ ਹੋ ਰਿਹਾ ਆ, ਤੇ ਜਿਹੜੇ ਹਰੀਕੇਨਸ ਆ ਹੋਰ ਭਿਆਨਕ ਤੇ ਫ੍ਰੀਕੁਐਂਸੀ ਉਹਨਾਂ ਦੀ ਵੱਧਦੀ ਜਾ ਰਹੀ ਆ। ਜੀ, ਅਗਲੀ ਖਬਰ ਚੱਲੀਏ ਆਪਾਂ। ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਜਦੋਂ 62 ਸਾਲਾਂ ਦੇ ਹੋ ਜਾਂਦੇ ਆ ਜਾਂ 65 ਸਾਲਾਂ ਦੇ ਸੋਚਦੇ ਆ ਵੀ ਆਪਾਂ ਰਿਟਾਇਰਮੈਂਟ ਲਈਏ, ਵੀ ਹੁਣ ਕੰਮ ਬਹੁਤ ਕਰ ਲਿਆ। ਤੇ ਕੱਲ ਟ੍ਰੇਸੀ ਦੇ ਵਿੱਚ ਇੱਕ 66 ਸਾਲਾਂ ਦਾ ਯੋਸੇਫ ਕੋਵਲੈਂਸਕੀ ਨਾਮ ਦਾ ਨਵਾਡਾ ਤੋਂ ਬੰਦਾ ਜਿਹੜਾ ਆ ਉਹ ਫੜਿਆ, ਜਿਸ ਨੇ ਇੱਕ ਬੈਂਕ ਲੁੱਟੀ 66 ਸਾਲਾਂ ਦੇ ਨੇ। ਤੇ ਬੈਂਕ ਲੁੱਟ ਕੇ ਚੰਗੇ ਪੈਸੇ ਬੈਗ 'ਚ ਭਰ ਕੇ ਉਹ ਕਾਰ ਦੇ ਵਿੱਚ ਜਾ ਰਿਹਾ ਸੀ। ਤੇ ਜਦੋਂ ਫਿਰ ਪੁਲਿਸ ਵਾਲਿਆਂ ਨੇ ਉਹਨਾਂ ਦਾ ਜਿਹੜਾ ਡਰੋਨ ਪਾਇਲਟ ਆ, ਪੁਲਿਸ ਨੇ ਡਰੋਨ ਪਾਇਲਟ ਰੱਖੇ ਹੋਆ, ਡਰੋਨ ਆਪਣੇ, ਉਹਦੇ ਨਾਲ ਉਸ ਦੀ ਕਾਰ ਨੂੰ ID ਕਰਕੇ ਤੇ ਪੁਲਿਸ ਵਾਲਿਆਂ ਨੇ ਫੜ ਲਿਆ। ਤੇ ਉਹ ਜਦੋਂ ਫਿਰ ਬੈਂਕ 'ਚ ਗਿਆ ਸੀ, ਉਹ ਕਹਿੰਦਾ ਮੇਰੇ ਕੋਲ ਬੰਬ ਹੈਗਾ ਆ। ਤੇ ਈਵਨ ਕਹਿੰਦੇ ਵੀ ਸਟਾਕਟਨ ਮੰਟੀਕਾ ਦਾ ਜਿਹੜਾ ਰੀਜਨਲ ਬੰਬ ਸਕਾਡ ਆ, ਉਹਨਾਂ ਨੇ ਵੀ ਉੱਥੇ ਜਾ ਕੇ ਚੈੱਕ ਕੀਤਾ ਬੈਂਕ ਦੇ ਵਿੱਚ। ਪਰ ਬਾਅਦ ਦੇ ਵਿੱਚ ਜਦੋਂ ਉਹਨੂੰ ਫੜਿਆ ਤੇ ਪੈਸੇ ਵੀ ਫੜ ਲਏ, ਤਾਂ ਦੇਖਿਆ ਵੀ ਉਹ ਬੰਬ ਦੀ ਜਗ੍ਹਾ ਜਿਹੜੇ ਟਾਇਲਟ ਦੇ ਪੇਪਰ ਸੀ ਉਹ ਉਹਨੂੰ ਇਕੱਠੇ ਕਰਕੇ ਇੱਕ ਬੈਗ 'ਚ ਪਾਏ ਹੋਏ ਸੀ। ਜੀ
ਜੀ, ਬਿਲਕੁਲ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਇਕੋਨਮੀ ਦੀ ਅੱਜ ਗੱਲ ਕਰਦੇ ਜਾਈਏ, ਸਵੇਰੇ ਵੀ ਆਪਾਂ ਇਕੋਨਮੀ ਦੇ ਉੱਤੇ ਕਾਫੀ ਲੰਮੀ ਚੌੜੀ ਗੱਲ ਕੀਤੀ ਸੀ ਤੇ ਗੱਲ ਕਰਦੇ-ਕਰਦੇ ਆਪਾਂ ਤੁਹਾਨੂੰ ਦੱਸ ਰਹੇ ਸੀ ਵੀ ਡਾਓ ਜੋਨਸ ਥੱਲੇ ਚੱਲ ਰਿਹਾ ਆ 300-400 ਪੁਆਇੰਟ ਤੇ ਸ਼ਾਮ ਹੁੰਦਿਆਂ ਤਾਈਂ ਵੀਕਐਂਡ ਦੇ ਆਉਣ ਤੋਂ ਪਹਿਲਾਂ-ਪਹਿਲਾਂ ਸਮਾਪਤੀ ਤਾਈਂ ਅੱਜ ਡਾਓ ਜੋਨ, ਨੈਸਡੈਕ, ਐਸ&ਪੀ ਸਾਰੇ ਹੀ ਜਿਹੜੇ ਆ ਉਹ ਬੁਰੀ ਤਰ੍ਹਾਂ ਲੁੜਕੇ ਆ, ਪੂਰੀ ਤਰ੍ਹਾਂ ਜਿਹੜੇ ਉਹ ਡਿੱਗੇ ਆ। ਇੱਕ ਇਕਨੋਮਿਕ ਮਾਹਰ ਦੀ ਜਿਹੜੀ ਉਹ ਤੁਹਾਨੂੰ ਬਿਆਨ ਸੁਣਾਵਾਂਗੇ ਉਸਨੇ ਕਿਸ ਤਰੀਕੇ ਨਾਲ ਗਿਰਗਿਟ ਵਾਂਗੂ ਜਿਹੜੇ ਆਪਣੇ ਬਿਆਨ ਵੀ ਜਿਹੜੇ ਆ ਉਹ ਬਦਲ ਲਏ ਸਵੇਰ ਤੋਂ ਲੈ ਜੀ, ਕੇ ਸ਼ਾਮ ਤਾਈਂ। ਸੋ ਅੱਜ ਓਵਰਆਲ ਕਹਿੰਦੇ ਆ ਵੀ ਮਾਰਕੀਟ ਦੇ ਵਿੱਚ ਰੈੱਡ ਬਲੱਡ ਬਾਥ ਜਿਹੜਾ ਉਹ ਦੇਖਣ ਨੂੰ ਮਿਲਿਆ। ਡਾਓ ਜੋਨਸ ਪੌਣੇ 3% ਡਿੱਗ ਗਿਆ 900 ਪੁਆਇੰਟ ਦੇ ਵੱਧ, ਐਸ&ਪੀ 150 ਪੁਆਇੰਟ 3.5% ਤੋਂ ਵੱਧ, ਨੈਸਡੈਕ 4% ਤੋਂ ਵੱਧ, 550 ਪੁਆਇੰਟ ਤੋਂ ਵੱਧ ਜਿਹੜਾ ਉਹ ਡਿੱਗਾ। ਸੋ ਓਵਰਆਲ ਅੱਜ ਪੂਰੀ ਹਾਨੀ ਦਾ ਜਿਹੜਾ ਇਨਵੈਸਟਮੈਂਟ ਦੇ ਲਈ ਦਿਨ ਰਿਹਾ। ਜੀ। ਸੋ ਬਿਲਕੁਲ 14 ਸਾਲਾਂ ਬਾਅਦ ਇਹ ਜਿਹੜਾ ਮਹੀਨਾ ਆ ਸਭ ਤੋਂ ਮਾੜਾ ਮਹੀਨਾ ਰਿਹਾ ਹੈ। ਹੂੰ, ਇਹ ਤੇ 900 ਪੁਆਇੰਟ ਤੋਂ ਵੱਧ ਤੁਸੀਂ ਦੱਸਿਆ ਹੀ ਹੈਗਾ ਆ ਵੀ ਕਿਸ ਤਰ੍ਹਾਂ ਜਿਹੜਾ ਡਿੱਗਿਆ ਹੈਗਾ। S&P ਵੀ ਜਿਹੜੇ ਟੈਕ ਸਟਾਕ ਆ ਬਹੁਤ ਵਾਰ ਇਹ ਸੋਚਦੇ ਨਾ ਵੀ ਟੈਕਨੋਲੋਜੀ ਨੂੰ ਕੋਈ ਫਰਕ ਨਹੀਂ ਪਿਆ, ਉਹ ਪੂਰੀ ਤਰ੍ਹਾਂ ਐਨ ਬਲੱਡ ਬਾਥ ਹੋਇਆ ਉਹਨਾਂ ਦਾ। ਐਪਲ ਵੀ 3.7% ਡਿੱਗਿਆ, ਇੰਟਲ 6.9%, ਗੂਗਲ ਦੀ ਜਿਹੜੀ ਪੇਰੈਂਟ ਕੰਪਨੀ ਐਲਫਾਬੈਟ ਆ ਉਹ 3.7% ਡਿੱਗੀ ਹੈਗੀ ਆ ਤੇ ਨੈਟਫਲਿਕਸ ਦਾ ਪੁੱਛੋ ਹੀ ਨਾ, ਉਹਦਾ ਤਾਂ ਕਹਿੰਦੇ ਵੀ 49.2% ਡਿੱਗ ਚੁੱਕਾ ਜਦੋਂ ਤੋਂ ਪਿਛਲੇ ਹੁਣ ਮਹੀਨੇ ਤੋਂ ਲੈ ਕੇ ਹੁਣ ਤੱਕ। ਹੂੰ, ਉਹਨਾਂ ਦਾ ਤਾਂ ਬਾਹਲਾ ਹੀ ਬੁਰਾ ਹਾਲ ਆ। ਸੋ ਜਿਹੜੇ ਤੁਸੀਂ ਗੱਲ ਕਰਦੇ ਸੀ ਇਕੋਨੋਮਿਸਟ ਦੀ, ਉਹਦੀ ਗੱਲ ਕਰਦੇ ਜਾਈਏ, ਕ੍ਰਿਸ ਰੁਪਕੇ ਚੀਫ ਇਕੋਨੋਮਿਸਟ ਹੈਗੇ ਆ ਮਾਰਕੀਟ ਰਿਸਰਚ ਫਰਮ FWD ਬੌਂਡਸ ਦੇ। ਫਰਾਈਡੇ ਸਵੇਰੇ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਕੰਜ਼ਿਊਮਰ ਆ ਉਹ ਇਕੋਨਮੀ ਦਾ ਬੈਕਬੋਨ ਹੁੰਦੇ ਆ, ਹੂੰ, ਚਾਹੇ ਉਧਰ ਲੜਾਈ ਲੱਗੀ ਉਹ ਆ ਜਿਹੜੀ ਯੂਕਰੇਨ ਯੂਕਰੇਨ, ਰਸ਼ੀਆ ਦੇ ਵਿੱਚ, ਹੂੰ, ਜਾਂ ਇੱਥੇ ਵੀ ਇਨਫਲੇਸ਼ਨ ਵਧੀ ਆ, ਪਰ ਕਹਿੰਦਾ ਮੈਨੂੰ ਕੋਈ ਲੱਗਦਾ ਨਹੀਂ ਵੀ ਬਿਲਕੁਲ ਸਹੀ ਚੱਲ ਰਿਹਾ ਆ। ਕੋਈ ਦੇयर इज ਨਥਿੰਗ ਰੋਂਗ ਵਿਦ ਦਾ ਇਕੋਨਮੀ। ਕੰਜ਼ਿਊਮਰਸ ਜਿਹੜੇ ਆ ਕਹਿੰਦੇ ਚੀਅਰ ਲੀਡਿੰਗ ਕਰ ਰਹੇ ਆ, ਵੀ ਖੁਸ਼ੀਆਂ ਮਨਾ ਰਹੇ ਆ ਵੀ ਅਸੀਂ ਬਹੁਤ ਪ੍ਰੋਸਪੈਰਿਟੀ ਦੇ ਵਿੱਚ ਆ, ਕੋਈ ਰਿਸੈਸ਼ਨ ਨਹੀਂ ਆਊਗਾ। ਫਰਾਈਡੇ ਨੂੰ ਸੈਲ ਆਫ ਹੋਇਆ ਤੇ ਅੱਜ ਪੂਰੀ ਤਰ੍ਹਾਂ ਜਦੋਂ ਗੋਡੇ ਲੱਗ ਗਏ ਤਾਂ ਉਹਦੀ ਸਟੇਟਮੈਂਟ ਆ ਗਈ। ਕਹਿੰਦਾ ਵੀ ਸਟਾਕ ਮਾਰਕੀਟ ਹੈਜ਼ collapsed, the most leading of the leading indicators show the economy is going to crash। ਸੋ ਉਹਨੇ ਕਿਹਾ ਵੀ ਹੁਣ ਜਿਹੜੀ ਇਕੋਨਮੀ ਹੈ ਗੋਇੰਗ ਟੂ ਕਰੈਸ਼, ਇਹ ਕ੍ਰੈਸ਼ ਹੋਣੀ ਹੈਗੀ ਆ। ਸੋ ਇਹ ਹੈਗਾ ਵੀ ਭਾਈ ਆਪਾਂ ਪਿਛਲੇ ਕੁਝ ਦਿਨਾਂ ਤੋਂ ਦੱਸਦੇ ਆ ਰਹੇ ਆ ਵੀ ਕੀ ਕੁਝ ਇਕੋਨਮੀ 'ਚ ਹੋ ਰਿਹਾ। ਬੈਂਕ ਆਫ ਅਮਰੀਕਾ, ਡਿਊਚਿਸ ਬੈਂਕ, ਹੋਰ ਕਿੰਨੇ ਵੀ ਜਿਹੜੇ ਹੁਣ ਸਾਰੇ ਕਹਿ ਰਹੇ ਆ ਵੀ ਰਿਸੈਸ਼ਨ ਬਹੁਤ ਜਲਦੀ ਆ ਰਿਹਾ। ਸੋ ਜੇ ਇੱਕ ਦਿਨ ਦੇ ਵਿੱਚ 983 ਪੁਆਇੰਟ ਜਾਂ 980 ਪੁਆਇੰਟ ਦੇ ਕਰੀਬ ਸਟਾਕ ਮਾਰਕੀਟ ਡਿੱਗਦੀ ਆ, ਸੌਰੀ 939 ਪੁਆਇੰਟ ਦੀ ਡਾਓ ਜੋਨ ਤੇ S&P 155 ਪੁਆਇੰਟ, ਨੈਸਡੈਕ 536 ਪੁਆਇੰਟ, ਤਾਂ ਇਹ ਬਹੁਤ ਵੱਡਾ ਜਿਹੜਾ ਫੈਕਟਰ ਹੈਗਾ। ਬਿਲਕੁਲ ਕਹਿੰਦੇ ਵੀ ਇਸ ਸਾਲ ਦੀ ਜੇ ਆਪਾਂ ਗੱਲ ਕਰਦੇ ਜਾਈਏ ਅਪ੍ਰੈਲ ਦੀ ਸੌਰੀ ਜੇ ਆਪਾਂ ਗੱਲ ਕਰਦੇ ਜਾਈਏ ਨੈਸਡੈਕ ਜਿਹੜਾ ਆ ਉਹ 13% ਡਿੱਗ ਚੁੱਕਾ। 13% ਜਿਹੜੇ ਟੈਕ ਦੇ ਸਟਾਕ ਆ ਉਹ 13% ਓਵਰਆਲ ਡਾਊਨ ਗਏ ਆ। S&P 500 ਉਹ 8.5 ਪੌਣੇ 9% ਤੇ 5% ਡਾਓ ਜੋਨ ਸਿਰਫ ਇਸ ਮਹੀਨੇ ਦੇ ਵਿੱਚ ਉਹ ਥੱਲੇ ਜਾ ਚੁੱਕੇ ਹੈਗੇ ਆ। ਸੋ ਇਹ ਕਹਿੰਦੇ ਵੀ ਅਲਫਾਬੈਟ ਜਿਹਦਾ ਤੁਸੀਂ ਜ਼ਿਕਰ ਕੀਤਾ ਤੇ ਐਮਾਜ਼ੋਨ, ਇਹਨਾਂ ਦੋਨਾਂ ਕੰਪਨੀਆਂ ਨੂੰ ਅੱਜ ਵੱਡੇ ਜਿਹੜੇ ਪੱਧਰ ਦੇ ਉੱਤੇ ਨੁਕਸਾਨ ਦੇਖਣਾ ਗਿਆ। ਐਮਾਜ਼ੋਨ ਕਹਿੰਦੇ 14% ਅੱਜ ਡਿੱਗ ਗਿਆ। ਇਹਨਾਂ ਨੇ ਪਹਿਲੀ ਵਾਰੀ ਕੁਆਰਟਰਲੀ ਲਾਸ ਕਈ ਸਾਲਾਂ ਦੇ ਵਿੱਚ ਪਹਿਲੀ ਵਾਰੀ ਕਿਹਾ। ਮੈਟਾ ਜਿਹੜੀ ਫੇਸਬੁੱਕ ਦੀ ਪੇਰੈਂਟ ਕੰਪਨੀ ਆ, ਇਹਨਾਂ ਨੇ ਵੀ ਕਹਿੰਦੇ ਵੀ ਲਾਸ ਦੇ ਹੁਣੇ ਕੁਛ ਚਿਰਾਂ ਦੇ ਵਿੱਚ ਇਹਨਾਂ ਨੇ ਵੀ ਐਲਾਨ ਕਰ ਦੇਣਾ ਆ। ਐਪਲ ਦਾ ਤੁਸੀਂ ਦੱਸਿਆ ਵੀ ਪੌਣੇ 4% ਡਿੱਗਾ। ਅਲਫਾਬੈਟ ਗੂਗਲ ਦੀ ਪੇਰੈਂਟ ਕੰਪਨੀ ਜਿਹੜੀ ਉਹ ਵੀ ਪੌਣੇ 4% ਜਿਹੜੀ ਉਹ ਡਿੱਗ ਚੁੱਕੀ ਹੈਗੀ ਆ। ਸੋ ਕਾਫੀ ਨੁਕਸਾਨ ਇਸ ਟਾਈਮ ਝੱਲਣਾ ਪੈ ਰਿਹਾ ਆ। ਸੋ ਫਾਰਵਰਡ ਬਾਉਂਡਸ ਵਾਲੇ ਜਿਹੜੇ ਕ੍ਰਿਸਟੋਫਰ ਰੁਪਕੇ ਆ, ਜਦੋਂ ਤੁਸੀਂ ਕਹਿ ਰਹੇ ਵੀ ਸਵੇਰੇ ਤਾਂ ਪੂਰੀਆਂ ਬੜਕਾਂ ਮਾਰ ਰਹੇ ਸੀ, ਸ਼ਾਮ ਤਾਈਂ ਠੰਡੇ ਹੋ ਕੇ ਜਿਹੜੇ ਉਹ ਬਹਿ ਗਏ ਆ। ਸਿਟੀ ਗਰੁੱਪ ਦੇ ਮੇਨ ਬੰਦਿਆਂ ਨੇ ਉਹਨਾਂ ਨੇ ਵੀ ਇਸ ਚੀਜ਼ ਦੇ ਵੱਲ ਨੂੰ ਇਸ਼ਾਰਾ ਕੀਤਾ ਆ। ਗੋਲਡਮਨ ਸੈਕਸ, ਡਿਊਚ ਬੈਂਕ, ਬੈਂਕ ਆਫ ਅਮਰੀਕਾ, ਇਹਨਾਂ ਸਾਰਿਆਂ ਨੇ ਇਹ ਰਿਸੈਸ਼ਨ ਵੱਲ ਨੂੰ ਇਸ਼ਾਰਾ ਜਿਹੜਾ ਉਹ ਕਰ ਜੀ। ਰਹੇ ਹੈਗੇ ਆ। ਸੋ ਸੋ ਬਿਲਕੁਲ ਬੈਂਕ ਆਫ ਅਮਰੀਕਾ ਨੇ ਤਾਂ ਪਹਿਲਾਂ ਵੀ ਦੱਸਿਆ ਸੀ ਵੀ ਰਿਸੈਸ਼ਨ ਆ ਰਿਹਾ ਆ,
ਤੇ ਉਹ ਕਹਿੰਦੇ ਵੀ ਇਦਾਂ ਦੇ ਸਟਾਕ ਮਾਰਕੀਟ ਸਟੀਪ ਫਾਲਸ ਹੋਣਗੇ, ਜਿੱਦਾਂ ਅੱਜ ਸਟੀਪ ਫਾਲ ਦਾ ਮਤਲਬ ਹੁੰਦਾ ਵੀ ਯਾਰ ਪੂਰੀ ਜਿੱਦਾਂ ਤੁਸੀਂ ਥੱਲੇ ਡਿੱਗ ਪੈਣਾ। ਲੰਮੀ ਛਾਲ ਮਾਰਤੀ ਆ। ਤੇ ਅਗਲਾ ਵੀਕ ਵੀ ਬੜਾ ਕ੍ਰਿਟੀਕਲ ਹੈਗਾ, ਸੋਮਵਾਰ ਤੋਂ ਇਨਵੈਸਟਰ ਜਿਹੜੇ ਆ ਬੜੀ ਕਲੋਜ਼ਲੀ ਵਾਚ ਕਰੂਗੇ। ਫੈਡ ਦੀ ਮੀਟਿੰਗ ਹੋਣੀ ਆ, ਉਹਨਾਂ ਨੇ ਇਹ ਕਿਹਾ ਸੀ ਅਸੀਂ 0.5% ਰੇਟ ਇਨਕਰੀਜ਼ ਕਰਨਾ ਆ। ਤੇ ਅਪ੍ਰੈਲ ਦੀ ਜਿਹੜੀ ਜੌਬ ਰਿਪੋਰਟ ਵੀ ਆਣੀ ਹੈਗੀ ਆ। ਤੇ ਹੋਰ ਜਿਹੜੀਆਂ ਕੰਪਨੀਆਂ ਸਟਾਰਬਕਸ, ਊਬਰ, ਲਿਫਟ ਤੇ ਫਾਈਜ਼ਰ, ਉਹਨਾਂ ਦੀ ਜਿਹੜੀ ਅਰਨਿੰਗ ਰਿਪੋਰਟ ਆਣੀ ਆ, ਉਹ ਤੋਂ ਬਾਅਦ ਫਿਰ ਦੇਖਦੇ ਆ ਵੀ ਅਗਲੇ ਵੀਕ ਜਿਹੜੀ ਮਾਰਕੀਟ ਆ ਉਹ ਕਿੱਦਾਂ ਰਹਿੰਦੀ ਆ। ਜੌਬ ਰਿਪੋਰਟ ਤਾਂ ਹਰਜੋਤ ਸਿੰਘ ਜੀ ਇਸ ਵਾਰ ਠੀਕ ਹੀ, ਜਿਹੜੀ ਅਪ੍ਰੈਲ ਦੀ ਆਈ ਸੀ, ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀ ਵੀ 4 ਲੱਖ ਤੋਂ ਵੱਧ ਨਵੀਆਂ ਜੌਬਸ ਆਈਆਂ। ਅਨਇੰਪਲੋਇਮੈਂਟ ਰੇਟ ਘਟ ਕੇ 3.6% ਦੇ ਉੱਤੇ ਜਿਹੜਾ ਉਹ ਪਹੁੰਚਿਆ, ਪਰ ਜਿੰਨਾ ਇਹ ਕਿਆਸਨੀਆਂ ਲਾ ਰਹੇ ਸੀ ਉਹਦੇ ਨਾਲੋਂ ਥੋੜਾ ਇਹ ਘੱਟ ਸੀਗਾ। ਸੋ ਆਪਾਂ ਤੁਹਾਨੂੰ ਸਵੇਰੇ ਵੀ ਕਿਹਾ ਸੀ, ਡਰਾਉਣਾ ਸਾਡਾ ਮਕਸਦ ਨਹੀਂ ਆ, ਜੋ ਇਸ ਟਾਈਮ ਚੱਲ ਰਿਹਾ ਹੈ ਉਹ ਆਪਾਂ ਤੁਹਾਨੂੰ ਦੱਸ ਰਹੇ ਹਾਂ। ਇਹ ਇਨਫੋਰਮੇਸ਼ਨ ਦੇ ਨਾਲ ਤੁਸੀਂ ਜਿਹੜਾ ਵੀ ਫੈਸਲਾ ਆਪਣੀ ਇਨਵੈਸਟਮੈਂਟ ਦਾ, ਆਪਣੇ ਇਕਨੋਮਿਕ ਆਰਥਿਕ ਪੱਧਰ ਦੇ ਉੱਤੇ ਜਿਹੜਾ ਵੀ ਤੁਸੀਂ ਫੈਸਲਾ ਲੈਣਾ ਆ ਉਹ ਤੁਸੀਂ ਲਓ। ਕੱਲੀ ਸਾਡੀ ਨਾ ਸੁਣੋ, ਬਾਕੀ ਹੋਰ ਤੁਸੀਂ ਆਨਲਾਈਨ ਜਾਓ, ਗੂਗਲ ਦੇ ਉੱਤੇ ਵੱਖ-ਵੱਖ ਆਰਟੀਕਲਸ ਜਿਹੜੇ ਉਹ ਪੜ੍ਹੋ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਫੈਸਲਾ ਆ ਉਹ ਲੈਣ ਦੇ ਲਈ ਤੁਸੀਂ ਅੱਗੇ ਵਧੋ। ਪਰ ਇਹ ਕਲੀਅਰ ਇੰਡੀਕੇਟਰਸ ਹੁੰਦੇ ਆ ਵੀ ਆਪਾਂ ਨੂੰ ਪਤਾ ਲੱਗ ਰਿਹਾ ਹੁੰਦਾ ਆ ਵੀ ਕੁਛ ਨਾ ਕੁਛ ਨੁਕਸਾਨ ਵੱਲ ਨੂੰ ਓਵਰਆਲ ਚੀਜ਼ ਜਿਹੜੀ ਉਹ ਵੱਧ ਰਹੀ ਆ। ਸੋ ਬੈਟਰ ਇਹੀ ਹੁੰਦਾ ਆ, ਬਕਲ ਅਪ, ਵੀ ਇਸ ਚੀਜ਼ ਦੇ ਲਈ ਤਿਆਰੀ ਜਿਹੜੀ ਉਹ ਵਿੱਢੀਏ। ਸਟ੍ਰੈਸ ਲੈਣ ਦੀ ਜ਼ਰੂਰਤ ਨਹੀਂ ਆ, ਜਿੰਨੇ ਦੇ ਵਿੱਚ ਤੁਸੀਂ ਗੁਜ਼ਾਰਾ ਕਰ ਰਹੇ ਆ। ਹੁਣ ਆਪਣੀਆਂ ਜਿਹੜੀਆਂ ਲੋੜਾਂ ਆ, ਜ਼ਰੂਰਤਾਂ ਆ, ਉਹਦੇ ਵਿੱਚ ਹੁਣ ਅੰਤਰ ਕਰੋ ਵੀ ਇਹ ਚੀਜ਼ ਚਾਹੀਦੀ ਹੋਈ ਚਾਹੀਦੀ ਆ ਕਿ ਇਹ ਤੋਂ ਬਗੈਰ ਸਰ ਸਕਦਾ ਆ। ਸੋ ਉਹ ਸਾਰੀਆਂ ਚੀਜ਼ਾਂ ਹੁਣ ਤੁਸੀਂ ਉਹ ਫੈਸਲੇ ਜਿਹੜੇ ਉਹ ਲੈਣੇ ਹੈਗੇ ਆ। ਬਾਕੀ ਜਿਹੜੀਆਂ ਤਾਂ ਜ਼ਰੂਰੀ ਹੁੰਦੀਆਂ ਚੀਜ਼ਾਂ ਉਹ ਤੁਸੀਂ ਜ਼ਰੂਰ ਕਰਨੀਆਂ ਆ, ਉਹ ਤੁਸੀਂ ਜ਼ਰੂਰ ਕਰੋ। ਬਾਕੀ ਧਿਆਨ ਰੱਖ ਕੇ ਤੁਸੀਂ ਜਿਹੜਾ ਉਹ ਚੱਲਣਾ ਆ, ਤਾਂ ਜੋ ਜੇ ਰਿਸੈਸ਼ਨ ਆਉਂਦਾ ਆ, ਡਾਊਨ ਟਰਨ ਆਉਂਦਾ ਵੀ ਉਹਦੇ ਵਿੱਚ ਬਹੁਤਾ ਨੁਕਸਾਨ ਜਿਹੜਾ ਆ ਉਹ ਨਾ ਝੱਲਣਾ ਪਵੇ। ਜੀ, ਸੋ ਉਹ ਆਣਾ ਹੀ ਆਣਾ ਆ। ਰਾਜਕਵੀਰ ਸਿੰਘ, ਐਮਾਜ਼ੋਨ ਦੇਖੋ ਕਿੱਡੀ ਵੱਡੀ ਕੰਪਨੀ ਆ, ਉਹਦਾ ਸਟਾਕ 2 ਸਾਲਾਂ ਬਾਅਦ ਇੰਨਾ ਜਿਹੜਾ ਲੋ ਗਿਆ ਹੈਗਾ, ਤੇ ਪਹਿਲੀ ਵਾਰੀ ਉਹਨਾਂ ਦਾ ਫਸਟ ਕੁਆਟਰ ਲਾਸ ਹੋਇਆ ਐਮਾਜ਼ੋਨ ਦਾ ਇਸ ਵਾਰ। ਉਹ ਉੱਦਾਂ ਜਿਹੜਾ ਹਰਜੋਤ ਸਿੰਘ ਜੀ ਕੰਜ਼ਿਊਮਰ ਸਪੈਂਡਿੰਗ 1.1% ਵਧੀ ਆ ਜਿਹੜੀ ਮਾਰਚ ਦੇ ਵਿੱਚ। ਜਿਹੜਾ ਇੰਡੈਕਸ ਹੁੰਦਾ ਹੈ, ਪ੍ਰਾਈਸ ਇੰਡੈਕਸ ਹੁੰਦਾ ਹੈ, ਉਹ ਵੀ ਵਧਿਆ ਆ 6.6% ਪਿਛਲੇ ਸਾਲ ਦੇ ਨਾਲੋਂ ਵੱਧ ਆ। ਇੰਪਲੋਇਮੈਂਟ ਕਾਸਟ ਇੰਡੈਕਸ ਆ, ਉਸ ਦੇ ਵਿੱਚ ਵੀ ਜਿਹੜਾ ਉਹ ਵਾਧਾ ਹੋਇਆ ਆ। ਪਰ ਮੰਥਲੀ ਇਨਫਲੇਸ਼ਨ 16.5 ਸਾਲਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਆ ਉਹ ਦੇਖੀ ਜਾ ਰਹੀ ਆ। ਸੋ ਨੈਕਸਟ ਵੀਕ 50 ਬੇਸਿਸ ਪੁਆਇੰਟ, ਇਹ ਕਹਿੰਦੇ ਹੈਫਟੀ, ਕਾਫੀ ਵੱਡਾ ਇੰਟਰਸਟ ਹਾਈਕ ਜਿਹੜੀ ਆ ਫੈਡਰਲ ਰਿਜ਼ਰਵ ਕਰ ਰਹੀ ਆ। ਸੋ ਉਸ ਵੱਲ ਜਿਹੜੀਆਂ ਤਿਆਰੀਆਂ ਉਹ ਚੱਲ ਰਹੀਆਂ ਆ, ਤੇ ਉਸੇ ਡਰ ਤੋਂ ਮਾਰਕੀਟ ਦੇ ਵਿੱਚ ਵੀ ਇਸ ਟਾਈਮ ਲੱਤਾਂ ਆ ਇਨਵੈਸਟਰਾਂ ਦੀਆਂ ਜਿਹੜੀਆਂ ਉਹ ਭਾਰ ਨਹੀਂ ਚੱਲਣ ਦੀਆਂ ਇੰਨੇ ਹੈਫਟੀ ਇੰਟਰਸਟ ਰੇਟ ਨੂੰ। ਸੋ ਦੇਖੋ ਅੱਗੇ ਕੀ ਬਣਦਾ ਆ, ਪਰ ਸੁਚੇਤ ਰਹੋ, ਸਤਰਕ ਰਹੋ, ਇਹ ਆਪਾਂ ਜਿਹੜਾ ਤੁਹਾਨੂੰ ਜ਼ਰੂਰ ਕਹਿੰਦੇ ਆ। ਸੋ ਓਵਰਆਲ ਜੇ ਤੁਹਾਨੂੰ ਆંકੜੇ ਦੱਸਦੇ ਜਾਈਏ, ਅਖੀਰ ਦੇ ਵਿੱਚ ਡਾਓ ਜੋਨਸ ਅੱਜ 939 ਪੁਆਇੰਟ ਡਿੱਗ ਕੇ 32,977 ਤੇ ਬੰਦ ਹੋਇਆ। S&P 156 ਪੁਆਇੰਟ ਡਿੱਗ ਕੇ 4132 ਤੇ ਬੰਦ ਹੋਇਆ। ਨੈਸਡੈਕ 500 ਤੇ 37 ਪੁਆਇੰਟ ਗਿਰ ਕੇ 12,300 ਤੇ 35 ਤੇ ਬੰਦ ਹੋਇਆ। ਸੋਨੇ ਦਾ ਭਾਅ $1897 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $104 ਪ੍ਰਤੀ ਬੈਰਲ ਦੇ ਉੱਤੇ ਜਿਹੜੀ ਉਹ ਰਹੀ ਆ। 10 ਈਅਰ ਯੀਲਡ 2.88% ਦੇ ਉੱਤੇ ਰਹੀ ਆ, ਤੇ ਬਿਟਕੋਇਨ $38,678 ਦੇ ਬਰਾਬਰ ਹੈ। ਇੱਕ $1 ਦੀ ਕੀਮਤ ਇੰਡੀਆ ਦੇ 76 ਰੁਪਏ ਤੇ 52 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹਿਣਾ ਜੀ ਪੰਜਾਬੀ ਰੇਡੀਓ US